ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਜਿਹੜੀ ਇਹ ਆਡੀਓ ਮੈਂ ਪਾਉਣ ਜਾ ਰਿਹਾ, ਇਹਦਾ ਵਿਸ਼ਾ ਆ ਦੋਸ਼ੀ ਕੌਣ, ਪ੍ਰਚਾਰਕ ਜਾਂ ਪ੍ਰਬੰਧਕ। ਪਰ ਇਸ ਨਾਲ ਨੁਕਸਾਨ ਜੋ ਸੰਗਤ ਦਾ ਹੋ ਰਿਹਾ, ਉਸ ਬਾਰੇ ਅੱਜ ਆਪਾਂ ਵਿਚਾਰ ਕਰਨ ਜਾ ਰਹੇ ਹਾਂ ਕਿ ਜੋ ਵੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਹਨ, ਕੋਈ ਵੀ ਸਮਾਗਮ ਕਰਾਉਂਦੇ ਹਨ ਜਾਂ ਕੋਈ ਸੰਸਥਾ ਉਹ ਪ੍ਰੋਗਰਾਮ ਕਰਾਉਂਦੇ ਹਨ, ਸਮਾਗਮ ਕਰਾਉਂਦੇ ਹਨ ਗੁਰਮਤਿ ਲਈ, ਅਤੇ ਜਿਹੜੇ ਪ੍ਰਚਾਰਕ ਬੁਲਾਏ ਜਾਂਦੇ ਹਨ, ਉਹ ਪ੍ਰਚਾਰਕ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ ਉਸੇ ਢੰਗ ਨਾਲ ਪ੍ਰਚਾਰ ਕਰਦੇ ਹਨ। ਹੁਣ ਜੋ ਸੰਗਤ ਸਮਾਗਮ ਵਿੱਚ ਹਾਜ਼ਰੀ ਭਰਨ ਆਉਂਦੀ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਫਲਸਫਾ, ਜੋ ਸਿਧਾਂਤ, ਉਹਨਾਂ ਬਾਰੇ ਜਾਣਕਾਰੀ ਇਹਨਾਂ ਸਮਾਗਮਾਂ ਵਿੱਚੋਂ ਸੰਗਤ ਨੂੰ ਮਿਲਦੀ ਹੈ। ਪਰ ਜੋ ਪ੍ਰਚਾਰਕ ਹਨ, ਉਹ ਹਰ ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਹੋਣ ਕਰਕੇ ਵੱਖ-ਵੱਖ ਆਪਣਾ ਪ੍ਰਚਾਰ ਕਰਦੇ ਹਨ। ਇਸੇ ਤਰ੍ਹਾਂ ਉਹ ਸੰਗਤ ਉੱਤੇ ਅਸਰ ਪੈਂਦਾ ਹੈ, ਅਤੇ ਜਿਹੜੀਆਂ ਸੰਸਥਾਵਾਂ ਬਣ ਚੁੱਕੀਆਂ ਹਨ, ਜੋ ਸੰਗਤ ਉੱਥੇ ਜਾਂਦੀ ਹੈ, ਉਹ ਪ੍ਰਚਾਰਕਾਂ ਦਾ ਪ੍ਰਚਾਰ ਸੁਣ ਕੇ ਉਹਨਾਂ ਦੇ ਵਿਚਾਰ ਵੀ ਉਸੇ ਤਰ੍ਹਾਂ ਢਲ ਜਾਂਦੇ ਹਨ। ਹਰ ਕੋਈ ਆਪਣੀ ਸੰਸਥਾ ਨੂੰ ਸਹੀ ਅਤੇ ਸੱਚਾ ਦੱਸਣ ਦੀ ਕੋਸ਼ਿਸ਼ ਕਰਕੇ ਸੰਗਤ ਜਿਹੜੀ ਆ ਉਸ ਨੂੰ ਆਪਣੇ ਸੰਸਥਾ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ। ਪਰ ਜੋ ਫਲਸਫਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਸੀ, ਜਿਸ ਦੇ ਨਾਲ ਸੰਗਤ ਨੇ ਜੁੜਨਾ, ਔਰ ਜਿਸ ਫਲਸਫਾ ਨੂੰ ਉਹਨਾਂ ਨੇ ਆਪਣੇ ਜੀਵਨ ਵਿੱਚ ਧਾਰ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮੱਤ ਲੈ ਕੇ ਆਪਣਾ ਜੀਵਨ ਸੁਧਾਰ ਕਰਨਾ, ਉਸ ਸੰਸਥਾਵਾਂ ਦੇ ਵੱਖਰੇ ਵੱਖਰੇ ਪ੍ਰਚਾਰਕ ਹੋਣ ਕਰਕੇ ਵੱਖਰੇ ਵੱਖਰੇ ਉਹਨਾਂ ਦੇ ਸਿਧਾਂਤ ਬਣ ਚੁੱਕੇ ਆ। ਉਹ ਅਸਰ ਸਾਰਾ ਸੰਗਤਾਂ ਦੇ ਉੱਪਰ ਪੈ ਰਿਹਾ। ਉਹਨਾਂ ਦੇ ਵਿਚਾਰ ਵੀ ਇਸੇ ਤਰ੍ਹਾਂ ਦੇ ਹੋਣ ਕਰਕੇ ਜੋ ਸੰਸਥਾਵਾਂ ਦੇ ਨਾਲ ਜੁੜੀ ਸੰਗਤ ਆ, ਉਹਨਾਂ ਦੇ ਵਿਚਾਰ ਵੀ ਇੱਕ ਦੂਸਰੇ ਨਾਲ ਨਾ ਮਿਲਣ ਕਰਕੇ ਨੁਕਸਾਨ ਜਿਹੜਾ ਉਹ ਸਭ ਤੋਂ ਜ਼ਿਆਦਾ ਸਿੱਖੀ ਦਾ ਹੋ ਰਿਹਾ। ਨਾ ਪ੍ਰਚਾਰ ਜਿਹੜਾ ਵੱਖ-ਵੱਖ ਹੋਣ ਕਰਕੇ ਜੋ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਲੋਕਾਈ ਵਾਸਤੇ ਇੰਨੀ ਮਿਹਨਤ, ਇੰਨਾ ਭ੍ਰਮਣ ਦੁਨੀਆ ਦਾ ਕਰਕੇ ਸਿਧਾਂਤ ਨੂੰ ਫੈਲਾਉਣ ਦੀ ਕੋਸ਼ਿਸ਼ ਕੀਤੀ, ਇਹ ਸਿਧਾਂਤ ਫੈਲਾਉਣੇ ਤਾਂ ਕੀ ਸੀ ਸੰਸਾਰ ਵਿੱਚ, ਇਹ ਹੋਰ ਸਿਮਟਣੇ ਸ਼ੁਰੂ ਹੋ ਗਏ। ਇੱਥੋਂ ਤੱਕ ਕਿ ਇਹ ਜਿਹੜੇ ਸੰਸਥਾਵਾਂ, ਡੇਰੇ ਜੋ ਸਥਾਪਿਤ ਹੋ ਗਏ, ਉਹਨਾਂ ਵਿੱਚ ਇੱਕ ਮਰਿਆਦਾ ਵੀ ਜਿਹੜੀ ਉਹ ਵੀ ਸਿੱਖੀ ਸਿਧਾਂਤ ਦੇ ਹਿਸਾਬ ਨਾਲ ਨਹੀਂ ਚੱਲ ਰਹੀ। ਹੁਣ ਇਸ ਦੇ ਪਿੱਛੇ ਆਪਾਂ ਦੇਖਣਾ ਇਹ ਚਾਹੁੰਦੇ ਹਾਂ ਕਿ ਜੋ ਇਹ ਸੰਸਥਾਵਾਂ ਹਨ, ਇਹਨਾਂ ਵਿੱਚ ਇੱਕ ਟਕਸਾਲ, ਦਮਦਮੀ ਟਕਸਾਲ ਦੇ ਨਾਂ ਨਾਲ ਜਾਣੀ ਜਾਂਦੀ ਸੰਸਥਾ, ਦੂਸਰੀ ਸੰਸਥਾ ਸਿੱਖ ਮਿਸ਼ਨਰੀ, ਤੀਸਰੀ ਸੰਸਥਾ ਅਖੰਡ ਕੀਰਤਨੀ ਜਥਾ, 4 ਨੰਬਰ ਆਪਾਂ
ਜਿੰਨੇ ਮਹਾਂਪੁਰਖ ਬੰਦਗੀ ਵਾਲੇ ਆਪਣੀ ਬੰਦਗੀ ਕਰਕੇ ਗਏ, ਉਹਨਾਂ ਦੇ ਪਿੱਛੇ ਡੇਰੇ ਸਥਾਪਿਤ ਹੋ ਗਏ। ਉਹਨਾਂ ਡੇਰਿਆਂ ਦੇ ਉੱਤੇ ਵੱਖ-ਵੱਖ ਮਰਿਆਦਾ ਚੱਲ ਪਈਆਂ। 5ਵੇਂ ਨੰਬਰ 'ਤੇ ਆਪਾਂ ਸ਼੍ਰੋਮਣੀ ਪ੍ਰਬੰਧਕ ਕਮੇਟੀ, ਜਿਸ ਦੇ ਅਧੀਨ ਕਾਫੀ ਗੁਰਦੁਆਰਾ ਸਾਹਿਬ ਆਉਂਦੇ ਹਨ। ਹੁਣ ਇਹ 5 ਸੰਸਥਾਵਾਂ ਸਿੱਖੀ ਦਾ ਪ੍ਰਚਾਰ ਇਹਨਾਂ ਦੇ ਥਰੂ ਹੋ ਰਿਹਾ, ਪਰ ਸਿਧਾਂਤ ਇੱਕ ਨਹੀਂ। ਸਾਰਿਆਂ ਦੇ ਸਿਧਾਂਤ ਵੱਖਰੇ ਵੱਖਰੇ। ਟਕਸਾਲ ਵਾਲੇ ਆਪਣੇ ਸਿਧਾਂਤ ਨੂੰ ਸੰਗਤ ਵਿੱਚ ਪ੍ਰਚਾਰ ਕਰਦੇ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ। ਸਿੱਖ ਮਿਸ਼ਨਰੀ ਵਾਲੇ ਉਹ ਆਪਣੇ ਸਿਧਾਂਤ ਨਾਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਾਣੀ ਲੈ ਕੇ ਅਤੇ ਉਸ ਦਾ ਪ੍ਰਚਾਰ ਕਰਦੇ ਹਨ। ਅਖੰਡ ਕੀਰਤਨੀ ਜਥੇ ਵਾਲੇ ਉਹ ਆਪਣਾ ਸਿਧਾਂਤ, ਡੇਰਿਆਂ ਦੇ ਵਿੱਚ ਆਪਣੇ ਸਿਧਾਂਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਐਡੀ ਵੱਡੀ ਸੰਸਥਾ, ਉਹਦੇ ਵਿੱਚ ਵੀ ਹੁਣ ਮੈਂ ਜ਼ਿਆਦਾ ਪੋਲੀਟੀਕਲ ਲੈਵਲ 'ਤੇ ਕੋਈ ਗੱਲ ਨਹੀਂ ਕਰਨੀ ਚਾਹਾਂਗਾ, ਨਾ ਮੇਰਾ ਇਹ ਮਨੋਰਥ ਆ, ਪਰ ਜੋ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਚਲਾਏ ਜਾ ਰਹੇ ਹਨ, ਉਹਨਾਂ ਵਿੱਚ ਵੀ ਕੁਝ ਖਾਮੀਆਂ ਸਾਹਮਣੇ ਆ ਰਹੀਆਂ। ਸੋ ਇਸ ਤਰ੍ਹਾਂ ਇਹ ਜੋ ਚੱਲ ਰਿਹਾ ਪ੍ਰਚਾਰ, ਇਸ ਵਿੱਚ ਕਈ ਤਰ੍ਹਾਂ ਦੇ ਭਰਮ ਭੁਲੇਖੇ ਪੈਣੇ ਸ਼ੁਰੂ ਹੋ ਗਏ। ਸਭ ਤੋਂ ਵੱਡਾ ਜਿਹੜਾ ਇਸ ਵੇਲੇ ਮਸਲਾ ਚੱਲ ਰਿਹਾ, ਉਹ ਚੱਲ ਰਿਹਾ ਕਿ ਦਸਮ ਗ੍ਰੰਥ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ ਜਾਂ ਨਹੀਂ ਹੈ। ਟਕਸਾਲ ਵਾਲੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ ਦਸਮ ਗ੍ਰੰਥ ਨੂੰ। ਸਿੱਖ ਮਿਸ਼ਨਰੀ ਵਾਲੇ ਦਸਮ ਗ੍ਰੰਥ ਦੀ ਰਚਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਨਹੀਂ ਮੰਨਦੇ। ਇੱਥੋਂ ਵਿਵਾਦ ਜ਼ਿਆਦਾ ਸ਼ੁਰੂ ਹੋ ਗਿਆ। ਵਿੱਚ ਅਖੰਡ ਕੀਰਤਨੀ ਜਥੇ ਵਾਲੇ ਵੀ ਉਹ ਬਾਣੀ ਦੇ ਉੱਤੇ ਜਿਹੜੇ ਕੁਝ ਸਿੱਖ ਮਿਸ਼ਨਰੀ ਵਿਦਵਾਨ ਸਿਮਰਨ, ਵਾਹਿਗੁਰੂ ਸਿਮਰਨ 'ਤੇ ਕਿੰਤੂ ਪਰੰਤੂ ਕਰਦੇ, ਅਤੇ ਉਹਨਾਂ ਦੇ ਨਾਲ ਉਹਨਾਂ ਦਾ ਟਕਰਾਅ ਹੋਣਾ ਸ਼ੁਰੂ ਹੋ ਗਿਆ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਜੋ ਇਹ ਟਕਰਾਅ ਚੱਲ ਰਿਹਾ, ਇਹਦਾ ਹੱਲ ਕੀ ਨਿਕਲੇਗਾ। ਕਦੀ ਕਿਸੇ ਗੁਰਦੁਆਰੇ ਵਿੱਚ ਪੱਗਾਂ ਉਤਰ ਰਹੀਆਂ, ਕਦੀ ਕਿਸੇ ਗੁਰਦੁਆਰੇ ਦੇ ਬਾਹਰ ਧਰਨੇ ਲੱਗ ਰਹੇ ਆ ਪ੍ਰਚਾਰਕਾਂ ਦੇ ਵਿਰੁੱਧ। ਪ੍ਰਚਾਰਕ ਵੀ ਜੋ ਇਸ ਦਾ ਨਾਜਾਇਜ਼ ਫਾਇਦਾ ਉਠਾ ਰਹੇ ਹਨ, ਉਹਨਾਂ ਨੂੰ ਜੋ ਮਿਸ਼ਨਰੀ ਸੰਸਥਾ ਨਾਲ ਜੁੜੇ ਹੋਏ ਹਨ, ਉਹ ਪ੍ਰਚਾਰਕ ਜਿਹੜੇ ਆ, ਉਹਨਾਂ ਨੂੰ ਪਤਾ ਕਿ ਸਾਨੂੰ ਮਿਸ਼ਨਰੀਆਂ ਦੁਆਰਾ ਹੀ ਸਮਾਗਮਾਂ ਵਿੱਚ ਬੁਲਾਇਆ ਜਾਣਾ, ਜਿੱਥੇ ਸਿੱਖ ਮਿਸ਼ਨਰੀ ਵਾਲਿਆਂ ਦਾ ਗੁਰਦੁਆਰੇ ਦੇ ਵਿੱਚ ਪ੍ਰਭਾਵ ਜ਼ਿਆਦਾ, ਉੱਥੇ ਇਹਨਾਂ ਨੂੰ ਸਿੱਖ ਮਿਸ਼ਨਰੀ ਵਾਲਿਆਂ ਨੂੰ ਬੁਲਾਇਆ ਜਾਂਦਾ। ਜਿਸ ਗੁਰਦੁਆਰੇ ਵਿੱਚ ਟਕਸਾਲ ਵਾਲਿਆਂ ਦਾ ਪ੍ਰਭਾਵ ਜ਼ਿਆਦਾ, ਉੱਥੇ ਟਕਸਾਲ ਵਾਲਿਆਂ ਨੂੰ ਬੁਲਾਇਆ ਜਾਂਦਾ। ਪ੍ਰਚਾਰਕ ਆ ਕੇ ਪ੍ਰਚਾਰ ਕਰ ਜਾਂਦਾ, ਸੰਗਤ ਵਿਚਾਰ ਸੁਣਦੀ ਹੈ। ਹੁਣ ਜੋ ਗੁਰਦੁਆਰਾ ਸਾਹਿਬਾਨ ਸਿੱਖ ਮਿਸ਼ਨਰੀ ਪ੍ਰਭਾਵ ਵਾਲਿਆਂ ਦੇ
ਪ੍ਰਬੰਧ ਹੇਠ ਹਨ ਜੋ ਉੱਥੇ ਸੰਗਤ ਆਉਂਦੀ ਆ। ਜਦੋਂ ਉਹ ਵਿਚਾਰ ਸੁਣਦੇ ਹਨ ਪ੍ਰਚਾਰਕਾਂ ਦੇ, ਉਹਨਾਂ ਨੂੰ ਇੰਝ ਲੱਗਦਾ ਕਿ ਇਸ ਤਰ੍ਹਾਂ ਇਹ ਪ੍ਰਚਾਰਕ ਜਿਹੜਾ ਹੈ ਬਿਲਕੁਲ ਬਹੁਤ ਸਹੀ ਪ੍ਰਚਾਰ ਕਰ ਰਿਹਾ, ਉਸ ਦੇ ਪ੍ਰਭਾਵ ਹੇਠ ਆ ਜਾਂਦੇ ਹਨ, ਕਿਉਂਕਿ ਉਹਨਾਂ ਨੇ ਪ੍ਰਚਾਰ ਹੀ ਇਸ ਢੰਗ ਨਾਲ ਕਰਨਾ। ਉਹਨਾਂ ਨੂੰ ਸਿਰਫ ਆਪਣਾ ਸਮਾਗਮ ਵਿੱਚ ਹਾਜ਼ਰੀ ਭਰ ਕੇ ਮਾਇਆ ਲੈਣ ਨਾਲ ਸੰਬੰਧਿਤ ਆ, ਕਿਉਂਕਿ ਉਹਨਾਂ ਦਾ ਇੱਕ ਕਿੱਤਾ ਆ, ਉਹਨਾਂ ਦਾ ਰੋਜੀ ਰੋਟੀ ਦਾ ਸਾਧਨ ਆ। ਅਤੇ ਜੋ ਟਕਸਾਲ ਦੇ ਵਿੱਚ ਪ੍ਰਬੰਧ ਹੇਠ ਗੁਰਦੁਆਰੇ ਆ, ਜਿਹੜੇ ਉੱਥੇ ਪ੍ਰਚਾਰਕ ਬੋਲਦੇ ਆ, ਉਹਨਾਂ ਨੇ ਦਸਮ ਗ੍ਰੰਥ ਦੇ ਹੱਕ ਵਿੱਚ ਬੋਲ ਕੇ ਜੋ ਸੰਗਤ ਉੱਥੇ ਉਹਨਾਂ ਗੁਰਦੁਆਰਿਆਂ ਵਿੱਚ ਸ਼ਮੂਲੀਅਤ ਕਰਦੀ ਆ, ਉਹ ਸਮਝਦੇ ਆ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਉਹ ਉਹਨਾਂ ਦੀ ਰਚਨਾ ਆ। ਸਿਧਾਂਤ ਅਤੇ ਦਲੀਲਾਂ ਉਹਨਾਂ ਦੇ ਆਧਾਰ ਦੇ ਉੱਤੇ ਸੰਗਤ ਜਿਹੜੀ ਆ ਉਹ ਪ੍ਰਭਾਵ ਹੇਠ ਆ ਜਾਂਦੀ ਆ। ਹੁਣ ਜੇ ਉਹ ਅੰਮ੍ਰਿਤ ਦੀ ਬਾਣੀ ਆ, ਜਦੋਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਅੰਮ੍ਰਿਤ ਤਿਆਰ ਕੀਤਾ ਅਤੇ ਉੱਥੇ 5 ਬਾਣੀਆਂ ਦਾ ਪਾਠ ਕੀਤਾ ਗਿਆ, ਫਿਰ ਅੰਮ੍ਰਿਤ ਤਿਆਰ ਕੀਤਾ ਗਿਆ। 5 ਬਾਣੀਆਂ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਤਪੋ ਸਾਧ ਸੋਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ, ਇਹ 5 ਬਾਣੀਆਂ ਦਾ ਜਾਪ ਕਰਕੇ ਅੰਮ੍ਰਿਤ ਤਿਆਰ ਕੀਤਾ ਗਿਆ। ਹੁਣ ਟਕਸਾਲ ਵਾਲੇ, ਜੋ ਕਿ ਪੁਰਾਣੀ ਟਕਸਾਲ ਆ, ਬਾਬਾ ਦੀਪ ਸਿੰਘ ਦੇ ਵੇਲੇ ਤੋਂ ਇਹ ਟਕਸਾਲ ਜਿਹੜੀ ਆ, ਪਹਿਲੇ ਮੁਖੀ ਬਾਬਾ ਦੀਪ ਸਿੰਘ ਦਮਦਮੀ ਟਕਸਾਲ ਦੇ ਮੁਖੀ ਹੋਏ ਆ। ਹੁਣ ਇਹ ਟਕਸਾਲ ਜਿਹੜੀ ਆ ਇਹ ਉਦੋਂ ਦੀ ਚੱਲੀ ਆ ਰਹੀ ਆ। ਇਹਨਾਂ ਦੇ ਮੁਖੀ ਜਿਹੜੇ ਆ ਉਸ ਵੇਲੇ ਤੋਂ ਹੀ ਅੱਗੇ ਤੋਂ ਅੱਗੇ ਮੁਖੀ ਦਮਦਮੀ ਟਕਸਾਲ ਦੇ ਪ੍ਰਚਾਰਕ ਦੇ ਤੌਰ 'ਤੇ ਮੁਖੀ ਬਣ ਕੇ ਪ੍ਰਚਾਰ ਕਰਦੇ ਰਹੇ। ਅੰਮ੍ਰਿਤਪਾਨ ਵੀ ਹੁੰਦਾ ਰਿਹਾ। ਹੁਣ 5 ਬਾਣੀਆਂ ਤੋਂ ਬਗੈਰ ਅੰਮ੍ਰਿਤ ਤਿਆਰ ਨਹੀਂ ਹੋ ਸਕਦਾ। ਇਸ ਗੱਲ ਨੂੰ ਸਿੱਖ ਮਿਸ਼ਨਰੀ ਵਾਲੇ ਵੀ ਮੰਨਦੇ ਹਨ, ਅਤੇ ਜਦੋਂ ਅੰਮ੍ਰਿਤ ਤਿਆਰ ਕਰਦੇ ਹਨ 5 ਪਿਆਰੇ ਸਾਜ ਕੇ, 5 ਪਿਆਰੇ ਰਲ ਮਿਲ ਬੈਠ ਕੇ 5 ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਕੇ ਸੰਗਤ ਨੂੰ ਅੰਮ੍ਰਿਤ ਦੀ ਪੌਲ ਜਿਹੜੀ ਛਕਾਈ ਜਾਂਦੀ ਹੈ, ਜੋ ਅੰਮ੍ਰਿਤ ਬਲਾਕੀ ਸਿੰਘ ਅੰਮ੍ਰਿਤ ਪਾਨ ਕਰਨ ਆਉਂਦੇ ਹਨ। ਹੁਣ ਵਿਸ਼ਾ ਇੱਥੇ ਹੀ ਹੋ ਜਾਂਦਾ ਕਿ ਜਿਹੜੀਆਂ 3 ਬਾਣੀਆਂ ਆ, ਇਹ ਜੋ ਟਕਸਾਲ ਵਾਲੇ ਕਹਿੰਦੇ ਹਨ ਕਿ ਇਹ ਦਸਮ ਗ੍ਰੰਥ ਵਿੱਚ ਸ਼ਾਮਲ ਹਨ, ਇਸੇ ਲਈ ਇਹ ਪੜ੍ਹੀਆਂ ਜਾਂਦੀਆਂ, ਅਤੇ ਮਿਸ਼ਨਰੀ ਵਾਲੇ ਕਹਿੰਦੇ ਹਨ ਕਿ ਅਸੀਂ ਤਾਂ ਇਹ ਪੜ੍ਹਦੇ ਹਾਂ ਕਿ ਇਹ ਜਿਹੜੀ ਮਰਿਆਦਾ ਆ, ਇਹ ਅਕਾਲ ਤਖ਼ਤ ਵੱਲੋਂ ਬਣਾਈ ਗਈ ਆ। 1942 ਦੇ ਵਿੱਚ ਇਹ ਮਰਿਆਦਾ ਲਾਗੂ ਕੀਤੀ ਗਈ ਆ। ਹੁਣ ਸਿੱਖ ਮਿਸ਼ਨਰੀ ਵਾਲਿਆਂ ਦਾ ਕੋਈ ਬਹੁਤ ਲੰਬਾ ਇਤਿਹਾਸ ਨਹੀਂ। ਇਹ 1920 ਤੋਂ ਬਾਅਦ ਹੀ ਮੇਰਾ ਖਿਆਲ ਹੈ ਜਿਹੜੀ ਸੰਸਥਾ ਸਿੱਖ ਮਿਸ਼ਨਰੀ ਵਾਲਿਆਂ ਦੀ ਇਹ ਚਾਲੂ ਹੋਈ। ਅੰਮ੍ਰਿਤਸਰ ਤੋਂ ਸੰਸਥਾ ਉੱਥੇ ਸਥਾਪਿਤ ਹੋਈ। ਜੋ ਟਕਸਾਲ ਵਾਲੇ ਆ, ਉਹ ਬਾਬਾ ਦੀਪ ਸਿੰਘ ਵਾਲੇ ਤੋਂ ਟਕਸਾਲ ਚੱਲੀਆਂ ਆ ਰਹੀਆਂ। ਉਹਨਾਂ ਦੇ ਅਧੀਨ ਵੱਖ ਵੱਖ ਜਗ੍ਹਾ 'ਤੇ ਗੁਰਦੁਆਰਾ ਸਾਹਿਬ, ਜਿਸ ਤਰ੍ਹਾਂ ਦਮਦਮਾ ਸਾਹਿਬ ਅਤੇ ਇੱਕ ਸੰਸਥਾ ਜਿਹੜੀ ਮਹਿਤਾ ਚੌਂਕ, ਜਿੱਥੋਂ ਦੇ ਮੁਖੀ ਇਸ ਵੇਲੇ ਭਾਈ ਹਰਨਾਮ ਸਿੰਘ ਧੁੰਮਾ ਜੀ ਹਨ, ਜਿਨ੍ਹਾਂ ਨੂੰ ਭਾਈ ਠਾਕਰ ਸਿੰਘ ਜੀ ਦੇ ਜੋਤੀ ਜੋ ਸਰੀਰ ਛੱਡਣ ਤੋਂ ਬਾਅਦ
ਉਹਨਾਂ ਨੂੰ ਇਹ ਦਸਤਾਰਬੰਦੀ ਕੀਤੀ ਗਈ ਅਤੇ ਉਹਨਾਂ ਨੂੰ ਟਕਸਾਲ ਦੇ ਮੁਖੀ ਬਣਾਇਆ ਗਿਆ। ਹੁਣ ਮਸਲਾ ਇਹ ਵੀ ਆ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਜਿਹੜੀ ਆ ਉਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦਿੱਤੀ ਆ। ਜੋ ਮਿਸ਼ਨਰੀ ਵਾਲੇ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰਗੱਦੀ ਮਿਲੀ ਆ ਅਤੇ ਇਹਨਾਂ ਦਾ ਹੀ ਪ੍ਰਕਾਸ਼ ਹੋਣਾ ਚਾਹੀਦਾ, ਇਹਨਾਂ ਦਾ ਹੀ ਸਹਿਜ ਪਾਠ ਹੋਣਾ ਚਾਹੀਦਾ, ਇਹਨਾਂ ਦਾ ਹੀ ਅਖੰਡ ਪਾਠ ਹੋਣਾ ਚਾਹੀਦਾ ਇਸ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਤੋਂ। ਅਤੇ ਜੋ ਟਕਸਾਲ ਵਾਲੇ ਸਿੰਘ ਆ ਉਹ ਕਹਿੰਦੇ ਆ ਕਿ ਜੋ ਦਸਮ ਗ੍ਰੰਥ ਦੀ ਬਾਣੀ ਦਸਵੇਂ ਗੁਰੂ ਜੀ ਦੀ ਬਾਣੀ ਆ ਉਹ ਹੈ ਦਸਮ ਗ੍ਰੰਥ ਦੇ ਰੂਪ ਵਿੱਚ ਇਕੱਤਰ ਕਰਕੇ ਉਸ ਨੂੰ ਵੀ ਅਸੀਂ ਬਾਣੀ ਨੂੰ ਸਿੱਖਾਂ ਦਾ ਫਰਜ਼ ਬਣਦਾ ਪੜ੍ਹਨ ਦਾ। ਉਹਦੇ ਉੱਤੇ ਸਹਿਜ ਪਾਠ ਵੀ ਹੋ ਸਕਦਾ, ਉਹਦੇ ਉੱਤੇ ਅਖੰਡ ਪਾਠ ਵੀ ਹੋ ਸਕਦਾ। ਇਹ ਟਕਰਾਅ ਇਹਨਾਂ ਦਾ ਚੱਲ ਰਿਹਾ, ਜਿਹਦਾ ਬੁਰਾ ਅਸਰ ਸੰਗਤ ਉੱਤੇ ਪੈ ਰਿਹਾ। ਨਿਰਣਾ ਇਹਦਾ ਕੋਈ ਹੋ ਨਹੀਂ ਰਿਹਾ। ਇਹ ਕੋਈ ਅੱਜ ਤੋਂ ਨਹੀਂ, ਇਹ 100 ਸਾਲ ਤੋਂ ਵੀ ਜ਼ਿਆਦਾ ਹੋ ਗਿਆ ਜੋ ਇਹ ਵਿਵਾਦ ਚੱਲ ਰਿਹਾ। ਹੁਣ ਇਸ ਵੇਲੇ ਕੁਛ ਜ਼ਿਆਦਾ ਜ਼ੋਰ ਫਿਰ ਇਹਦਾ ਬਣ ਚੁੱਕਾ ਆ, ਕਿਉਂਕਿ ਇਸ ਦੇ ਪਿੱਛੇ ਇੱਕ ਅਜਿਹੀ ਸੰਸਥਾ ਆ ਜਿਹੜੀ ਕਿ ਅੰਦਰ ਖਾਤੇ ਸਿੱਖ ਕੌਮ ਨੂੰ ਕਮਜ਼ੋਰ ਕਰਨ ਦੀਆਂ ਹਰ ਵੇਲੇ ਚਾਲਾਂ ਚੱਲਦੀ ਰਹਿੰਦੀ ਹੈ। ਅਤੇ ਉਹ ਸੰਸਥਾ ਜਿਹੜੀ ਆ ਉਹ ਸੰਸਥਾ ਦਾ ਨਾਂ ਇੱਕ ਦੂਜੇ ਪ੍ਰਚਾਰਕਾਂ ਨਾਲ ਜੋੜ ਕੇ ਪ੍ਰਚਾਰਕਾਂ ਨੂੰ ਵੀ ਬਦਨਾਮ ਕੀਤਾ ਜਾਂਦਾ, ਜਿਸ ਦਾ ਕਿ ਫਾਇਦਾ ਉਹ ਸੰਸਥਾ ਉਠਾ ਰਹੀ ਹੈ। ਉਹ ਸੰਸਥਾ ਦਾ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਸੰਗਤ ਜਾਣਦੀ ਆ। ਵਿਵਾਦ ਅੱਗੇ ਹੀ ਬਹੁਤ ਜ਼ਿਆਦਾ ਬਣ ਚੁੱਕੇ ਆ। ਸੋ ਸਾਨੂੰ ਸਮਝਣ ਦੀ ਲੋੜ ਇਹ ਆ ਕਿ ਜਿਹੜੇ ਪ੍ਰਚਾਰਕ ਆ ਅਤੇ ਜਿਹੜੇ ਪ੍ਰਬੰਧਕ ਆ, ਹੁਣ ਇਹ ਆਪਣੀਆਂ ਸੰਸਥਾਵਾਂ ਚਲਾ ਰਹੇ ਆ ਜਾਂ ਇਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਉਪਦੇਸ਼ ਆ ਉਹ ਸੰਗਤਾਂ ਨੂੰ ਦੇ ਰਹੇ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨਾਲੋਂ ਇਹਨਾਂ ਨੂੰ ਆਪਣੀਆਂ ਸੰਸਥਾਵਾਂ ਜ਼ਿਆਦਾ ਪਿਆਰੀਆਂ ਹੋ ਚੁੱਕੀਆਂ। ਇੰਨੇ ਸਵਾਰਥੀ ਹੋ ਚੁੱਕੇ ਆ ਕਿ ਕੋਈ ਵੀ ਨਿਉਣ ਲਈ ਤਿਆਰ ਨਹੀਂ, ਕੋਈ ਵੀ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਕਿ ਇਸ ਨਾਲ ਸਿੱਖ ਕੌਮ ਦਾ ਜੋ ਨੁਕਸਾਨ ਹੋ ਰਿਹਾ ਉਹਦਾ ਦੋਸ਼ੀ ਆਪਾਂ ਫਿਰ ਇਹਨਾਂ ਪ੍ਰਚਾਰਕਾਂ ਦੇ ਪ੍ਰਬੰਧਕਾਂ ਨੂੰ ਕਹਿ ਸਕਦੇ ਹਾਂ। ਕਸੂਰ ਇਹਨਾਂ ਦਾ ਆ ਅਤੇ ਭੁਗਤਣਾ ਸੰਗਤ ਨੂੰ ਪੈ ਰਿਹਾ। ਸੋ ਮੈਂ ਇੱਕ ਸੰਗਤਾਂ ਦੇ ਵਿੱਚ ਜੋ ਆਵਾਜ਼ ਉਠਾਉਣੀ ਚਾਹੁੰਦਾ ਜਾਂ ਪਹੁੰਚਾਉਣੀ ਚਾਹੁੰਦਾ ਕਿ ਇਸ ਦਾ ਹੱਲ ਸੰਗਤਾਂ ਨੂੰ ਰਲ ਕੇ ਕਰਨਾ ਪਏਗਾ। ਜਿਸ ਵੀ ਗੁਰਦੁਆਰਾ ਸਾਹਿਬ ਉਹ ਦਰਸ਼ਨ ਕਰਨ ਜਾਂਦੇ ਆ, ਉਹ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਸੁਣਦੇ ਆ, ਉਹ ਉਹਨਾਂ ਦੇ ਪ੍ਰਬੰਧਕਾਂ ਨੂੰ ਇੱਕ ਇਹੋ ਜਿਹਾ ਸੰਦੇਸ਼ ਦੇਣ ਜਿਸ ਨਾਲ ਉਹ ਕਿਸੇ ਵੀ ਜੋ ਸੰਸਥਾ ਨਾਲ ਜੁੜਿਆ ਹੋਇਆ ਆ ਉਹਨੂੰ, ਜੋ ਆਪਣੇ ਗੁਰਦੁਆਰਾ ਸਾਹਿਬਾਨ ਹਨ ਉਹਨਾਂ ਦੇ ਵਿੱਚ ਕੋਈ ਪ੍ਰਧਾਨਗੀ ਨਾ ਦਿੱਤੀ ਜਾਵੇ, ਕੋਈ ਮੈਂਬਰ ਨਾ ਲਿਆ ਜਾਵੇ। ਨਿਰੋਲ
ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜੋ ਅੰਮ੍ਰਿਤ ਦੀਆਂ ਬਾਣੀਆਂ ਹਨ ਉਹਨਾਂ ਬਾਰੇ ਉਪਦੇਸ਼ ਦਿੱਤਾ ਜਾਵੇ, ਤਾਂ ਜੋ ਸੰਗਤ ਦੇ ਮਨਾਂ ਵਿੱਚੋਂ ਭੁਲੇਖੇ ਨਿਕਲ ਜਾਣ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚਾਇਆ ਜਾ ਸਕੇ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਜੋ ਲੋਕ ਭਲਾਈ ਲਈ ਆ, ਉਹਨਾਂ ਤੱਕ ਪਹੁੰਚ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖੀ ਦਾ ਹੋਰ ਦਾਇਰਾ ਵਧਾਇਆ ਜਾਵੇ, ਜੋ ਕਿ ਇਹਨਾਂ ਵਿਵਾਦਾਂ ਕਰਕੇ ਇਹ ਦਾਇਰਾ ਘਟ ਰਿਹਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਮੈਂ ਗੁਰਦੁਆਰਾ ਸਾਹਿਬ ਦੇਖੇ, ਜਿਹੜੇ ਸਾਡੇ ਬਲੌਗਰ ਆ, ਇਹ ਬਾਹਰ ਜਾ ਕੇ ਗੁਰਦੁਆਰਾ ਸਾਹਿਬਾਨਾਂ ਬਾਰੇ ਜਾਣਕਾਰੀ ਦਿੰਦੇ ਹਨ। ਇੱਕ ਮੈਂ ਬੰਗਲਾ ਸਾਹਿਬ ਦੇ ਬੰਗਾਲ ਦੇ ਵਿੱਚ ਗੁਰਦੁਆਰਾ ਸਾਹਿਬ ਬਾਰੇ ਇੱਕ ਆਪਣਾ ਸਿੱਖ ਬਲੌਗਰ ਜੋ ਉਹਨਾਂ ਬਾਰੇ ਉਪਦੇਸ਼ ਜਾਣਕਾਰੀ ਦੇ ਰਿਹਾ ਸੀ। ਹੁਣ ਉੱਥੇ ਸਿੱਖਾਂ ਦੀ ਗਿਣਤੀ ਹੈ ਹੀ ਨਹੀਂ, ਸਿੱਖ ਉੱਥੇ ਰਹਿ ਨਹੀਂ ਸਕਦਾ। ਬਾਬਾ ਸੁੱਖਾ ਸਿੰਘ ਸਰਾੜੀ ਵਾਲੇ ਢਾਕਾ ਦੇ ਵਿੱਚ 5 ਗੁਰਦੁਆਰਾ ਸਾਹਿਬਾਨ ਦੀ ਸੇਵਾ ਕਰਾ ਰਹੇ ਆ, ਅਤੇ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ ਕਰਨ ਜੋ ਆਉਂਦੇ ਆ ਉਹ ਹਿੰਦੂ ਅਤੇ ਮੁਸਲਮਾਨ। ਇਹ ਸੰਗਤ ਉੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੀ ਹੈ। ਸੰਗਤ ਹਾਜ਼ਰੀਆਂ ਵੀ ਭਰਦੀ ਆ, ਦਿਨ ਦਿਹਾੜੇ ਵੀ ਜਿਹੜੇ ਗੁਰੂ ਸਾਹਿਬਾਨਾਂ ਦੇ ਉਹ ਮਨਾਏ ਜਾਂਦੇ ਆ। ਹੁਣ ਜੇ ਆਪਾਂ ਮਰਿਆਦਾ ਦੀ ਗੱਲ ਕਰੀਏ ਅਤੇ ਅਕਾਲ ਤਖ਼ਤ ਦੀ ਮਰਿਆਦਾ ਦੇ ਅਨੁਸਾਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਹੜਾ ਸਹਿਜਧਾਰੀ ਆ ਉਹ ਬੈਠ ਨਹੀਂ ਸਕਦਾ। ਹੁਣ ਉਹਨਾਂ ਗੁਰਦੁਆਰਿਆਂ ਦਾ ਪ੍ਰਬੰਧ ਤੁਸੀਂ ਆਪ ਦੇਖ ਸਕਦੇ ਹੋ। ਉਹ ਹਿੰਦੂ ਵੀਰਾਂ ਦੇ ਹੱਥ ਵਿੱਚ ਆ, ਪ੍ਰਧਾਨ ਵੀ ਉੱਥੋਂ ਦੇ ਹਿੰਦੂ ਹਨ ਕਿ ਸਹਿਜਧਾਰੀ ਸਿੱਖ ਹਨ। ਫਿਰ ਉੱਥੇ ਕਿਹੜੀ ਮਰਿਆਦਾ ਚੱਲੇਗੀ? ਇਹ ਸਿੱਖ ਮਿਸ਼ਨਰੀ ਵਾਲੇ ਕਿਹੜੀ ਮਰਿਆਦਾ ਕਹਿੰਦੇ ਅਸੀਂ ਚਲਾਉਣੀ ਆ? ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਹੁਣ ਇਸ ਵੇਲੇ ਸਿੱਖ ਕਿੰਨਾ ਕੁ ਮੰਨ ਰਹੇ ਆ, ਡੇਰੇ ਕਿੰਨਾ ਕੁ ਮੰਨ ਰਹੇ ਆ। ਡੇਰਿਆਂ ਦੇ ਵਿੱਚ ਆਪੋ ਆਪਣੀਆਂ ਮਰਿਆਦਾ ਲਾਗੂ ਹੋਈਆਂ। ਇਹਦਾ ਦੋਸ਼ੀ ਕੌਣ ਆ? ਇਹੀ ਮੇਰੇ ਸਵਾਲ ਆ। ਇਹਨਾਂ ਸਵਾਲਾਂ ਦੇ ਜਵਾਬ ਮੈਂ ਪ੍ਰਬੰਧਕਾਂ ਕੋਲੋਂ, ਪ੍ਰਚਾਰਕਾਂ ਕੋਲੋਂ ਮੰਗਦਾ, ਜੋ ਮੈਂ ਇਸ ਆਡੀਓ ਦਾ ਵਿਸ਼ਾ ਰੱਖਿਆ ਕਿ ਦੋਸ਼ੀ ਕੌਣ ਆ? ਦੋਸ਼ੀ ਇਹਨਾਂ ਦਾ ਸੰਗਤ ਨੇ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਆ। ਸੰਗਤ ਨੂੰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਨਾਲ ਮੁਹੱਬਤ ਆ। ਸਾਡੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਆ, ਜੋ ਦਸਮ ਦੀ ਬਾਣੀ ਅੰਮ੍ਰਿਤ ਵੇਲੇ 'ਤੇ ਪੜ੍ਹੀ ਗਈ ਆ, ਨਿਤਨੇਮ ਵਿੱਚ ਸ਼ਾਮਲ ਆ। ਫਿਰ ਦਸਮ ਦੀ ਬਾਣੀ ਪੜ੍ਹਨ ਜਾਂ ਨਾ ਪੜ੍ਹਨ ਦਾ ਸਵਾਲ ਕਿਉਂ ਉਠਾਇਆ ਜਾਂਦਾ? ਜੇ ਕੋਈ ਦਸਮ ਦੀ ਬਾਣੀ ਪੜ੍ਹ ਰਿਹਾ ਤਾਂ ਉਹਨੂੰ ਪੜ੍ਹਨ ਦਿਓ। ਜੇ ਤੁਹਾਨੂੰ ਦਸਮ ਦੀ ਬਾਣੀ ਦੇ ਵਿੱਚੋਂ ਕੁਝ ਗਲਤ ਨਜ਼ਰ ਆ ਰਿਹਾ, ਤੁਸੀਂ ਉਸ ਬਾਣੀ ਨੂੰ ਨਾ ਪੜ੍ਹੋ। ਪਰ ਸਟੇਜਾਂ ਉੱਤੇ ਜਾ ਕੇ ਤੁਸੀਂ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਲਾਓਗੇ। ਜਿਹੜਾ ਪ੍ਰਚਾਰ ਕਰ ਰਿਹਾ ਹੁੰਦਾ, ਜੇ ਦਸਮ ਗ੍ਰੰਥ ਦੇ ਹੱਕ ਵਿੱਚ ਪ੍ਰਚਾਰ ਕਰ ਰਿਹਾ, ਉਹਨਾਂ ਦਾ ਤਾਂ ਘੱਟ ਘਰਾਓ ਹੁੰਦਾ, ਕਿਉਂਕਿ ਉਹਨਾਂ ਦੀ ਗਿਣਤੀ ਜ਼ਿਆਦਾ। ਪਰ ਜਿਹੜੇ ਮਿਸ਼ਨਰੀ ਵਾਲੇ ਆ, ਇਹਨਾਂ ਦਾ ਜੇ ਪ੍ਰਭਾਵ ਇੰਨਾ ਨਹੀਂ ਪਿਆ। ਇਹ ਜਿੱਥੇ ਜਾ ਕੇ ਪ੍ਰਚਾਰ ਕਰਦੇ ਆ ਉੱਥੇ ਹੀ ਇਹਨਾਂ ਦੇ ਬਾਹਰ ਘਰਾਓ ਹੋਣਾ ਸ਼ੁਰੂ ਹੋ ਜਾਂਦਾ। ਕਈ ਵਾਰ ਇਹਨਾਂ ਨੂੰ ਸਟੇਜਾਂ ਤੋਂ ਬੋਲਣ ਨਹੀਂ ਦਿੱਤਾ ਜਾਂਦਾ। ਕਈ ਵਾਰ ਇਹਨਾਂ ਨੂੰ, ਜਿਸ ਤਰ੍ਹਾਂ ਇਹ ਬਾਹਰ ਜਾਂਦੇ ਆ, ਉੱਥੋਂ
ਸਟੇਜ 'ਤੇ ਪ੍ਰੋਗਰਾਮ ਹੀ ਕਰਨ ਤੋਂ ਰੋਕਿਆ ਜਾਂਦਾ। ਹੁਣ ਜੇ ਮੈਂ ਨਾਂ ਲੈਣ ਲੱਗਾ ਤਾਂ ਬਹੁਤ ਜ਼ਿਆਦਾ ਇਹ ਨਾਮ ਦੀ ਲਿਸਟ ਬਣ ਜਾਣੀ ਆ। ਇਹ ਭਾਗ ਪਹਿਲਾ ਮੈਂ ਆਡੀਓ ਜਿਹੜੀ ਹੈ ਇਹ ਰਿਲੀਜ਼ ਕਰਨ ਜਾ ਰਿਹਾ। ਦੂਜੇ ਭਾਗ ਦੇ ਵਿੱਚ ਫਿਰ ਆਪਾਂ ਹੋਰ ਥੋੜ੍ਹਾ ਵਿਸਥਾਰ ਨਾਲ, ਕਿਉਂਕਿ ਬਹੁਤ ਵੱਡਾ ਵਿਸ਼ਾ ਆ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ, ਕਿਸ ਤਰ੍ਹਾਂ ਹੋਂਦ ਵਿੱਚ ਆਈ, ਜੋ ਇਸ ਤੋਂ ਪਹਿਲਾਂ ਪ੍ਰਬੰਧਕ ਸਨ, ਜੋ ਮਹੰਤ ਸਨ, ਉਹਨਾਂ ਨੇ ਗੁਰਦੁਆਰਿਆਂ ਵਿੱਚ ਕੀ ਕੀ ਜਿਹੜੀਆਂ ਖਾਮੀਆਂ ਕਮੀਆਂ ਗੁਰਦੁਆਰਿਆਂ ਵਿੱਚ ਲਿਆਂਦੀਆਂ ਅਤੇ ਉਹਨਾਂ ਦਾ ਕੀ ਨੁਕਸਾਨ ਉਠਾਉਣਾ ਪਿਆ, ਕਿੰਨੀਆਂ ਸ਼ਹੀਦੀਆਂ ਦੇਣੀਆਂ ਪਈਆਂ, ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਏ ਅਤੇ ਇਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਈ। ਪਰ ਇਹ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਣ ਤੋਂ ਬਾਅਦ ਕਿੰਨਾ ਕੁ ਸਫਲ ਹੋਈ, ਇਹਦੇ ਬਾਰੇ ਵੀ ਆਪਾਂ ਅੱਗੋਂ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।